ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਸਰੀਰਾ ਮੇਰਿਆ ਹਰ ਤੁਹ ਮਹਿ ਜੋਤ ਰਖੀ, ਤਾ ਤੂੰ ਜਗ ਮੈਂ ਆਇਆ। ਹਰ ਜੋਤ ਰਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੀ ਮਾਤਾ ਆਪੀ ਪਿਤਾ, ਜਿਨ ਜਿਉ ਉਪਾਇ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ, ਤਾਂ ਚਲਤ ਹੋਆ ਚਲਤ ਨਗਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਹ ਮੂਲ ਰਚਿਆ, ਤਾ ਤੂੰ ਜਗ ਮਹਿ ਆਇਆ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀ ਬਾਜੀ, ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਵਿਚਾਰ ਕਰੀਏ। ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਉਣ ਜਾ ਰਹੇ ਹਾਂ, ਉਹ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਮਿਲਹੁ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ ਰਹਾਉ। ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। ਪਿਆਰੇ ਜੀਆ ਦਾ ਭਾਵ ਹੁੰਦਾ ਸਾਧ ਸੰਗਤ ਜੀ, ਇਹ ਸਭ ਜੀਵਾਂ ਦੇ ਨਾਲ ਪਿਆਰ ਕਰਨ ਵਾਲੇ। ਪ੍ਰਭ ਦਾ ਭਾਵ ਹੁੰਦਾ ਹੀ ਪਰਮੇਸ਼ਰ। ਥੀਆ ਦਾ ਭਾਵ ਹੁੰਦਾ ਹੋ ਰਿਹਾ ਹੈ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ। ਪਾਤਸ਼ਾਹ ਕਹਿੰਦੇ ਇਹ ਸਭ ਜੀਵਾਂ ਦੇ ਨਾਲ ਪਿਆਰ ਕਰਨ ਵਾਲੇ, ਸਾਰੇ ਜੀਵਾਂ ਨੂੰ ਮੁਹੱਬਤ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਮਿਲ। ਇਹ ਪਰਮੇਸ਼ਰ ਜਗ ਦੇ ਵਿੱਚ ਤੇਰਾ ਹੀ ਕੀਤਾ ਵਰਤ ਰਿਹਾ ਹੈ। ਜਗ ਦੇ ਵਿੱਚ ਤੇਰਾ ਹੀ ਹੁਕਮ ਚੱਲ ਰਿਹਾ ਹੈ। ਜਗ ਦੇ ਵਿੱਚ ਉਹੀ ਹੁੰਦਾ ਹੈ ਜੋ ਤੇਰੀ ਰਜ਼ਾ ਦੇ ਵਿੱਚ ਹੋ ਰਿਹਾ ਹੈ। ਇਹ ਸੰਸਾਰ ਸਾਰਾ ਤੇਰੀ ਹੁਕਮ ਦੇ ਵਿੱਚ ਹੈ, ਤੇਰੀ ਆਗਿਆ ਦੇ ਵਿੱਚ ਚੱਲ ਰਿਹਾ ਹੈ। ਉਹ ਕੁਝ ਹੋ ਰਿਹਾ ਜੋ ਆਪ ਜੀ ਨੂੰ ਚੰਗਾ ਲੱਗ ਰਿਹਾ ਹੈ।
ਪਾਤਸ਼ਾਹ ਕਹਿੰਦੇ ਅਨਕ ਜਨਮ ਬਹੁ ਜੋਨੀ ਭ੍ਰਮਿਆ, ਬਾਹਰ ਬਾਹਰ ਦੁਖ ਪਾਇਆ, ਤੁਮਰੀ ਕਿਰਪਾ ਤੇ ਮਾਨੁਖ ਦੇਹੀ ਪਾਈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੀ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਮਾਇਆ ਦੇ ਵਿੱਚ ਗਰਸਿਆ ਜੀਵ ਅਨੇਕਾਂ ਜਨਮਾਂ ਦੇ ਵਿੱਚ ਬਹੁਤ ਜੂਨੀਆਂ ਦੇ ਵਿੱਚ ਭਟਕਦਾ ਚਲਿਆ ਆ ਰਿਹਾ ਹੁੰਦਾ ਹੈ। ਮਾਇਆ ਦੇ ਵਿੱਚ ਗਰਸਿਆ ਹੋਇਆ ਇਹ ਜੀਵ ਅਨੇਕਾਂ ਜਨਮਾਂ ਦੇ ਵਿੱਚ ਬਹੁਤ ਜੂਨੀਆਂ ਦੇ ਵਿੱਚ ਭਟਕਦਾ ਹੋਇਆ ਆਉਂਦਾ ਹੈ। ਜਨਮ ਮਰਨ ਦਾ ਦੁੱਖ ਮੁੜ ਮੁੜ ਕੇ ਸਹਾਰਦਾ ਹੈ। ਤੇਰੀ ਮਿਹਰ ਦੇ ਨਾਲ, ਤੇਰੀ ਕਿਰਪਾ ਦੇ ਨਾਲ ਇਸਨੇ ਹੁਣ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ ਤੇ ਇਸ ਨੂੰ ਆਪਣਾ ਦਰਸ਼ਨ ਦੇ ਤੇ ਇਸ ਦੀ ਵਿਕਾਰਾਂ ਵੱਲੋਂ, ਮਾੜਿਆਂ ਕਰਮਾਂ ਦੀ ਵੱਲੋਂ ਰੱਖਿਆ ਕਰ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਸੋਈ ਹੋਆ ਜੋ ਤਿਸ ਭਾਣਾ, ਅਵਰ ਨ ਕਿਨਹੀ ਕੀਤਾ, ਤੁਮਰਾ ਭਾਣੇ ਭਰਮ ਮੋਹ ਮੋਹਿਆ, ਜਾਗਤ ਨਾਹੀ ਸੂਤਾ। ਸੋਈ ਹੋਆ ਜੋ ਤਿਸ ਭਾਣਾ, ਅਵਰ ਨ ਕਿਨਹੀ ਕੀਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਹੇ ਭਾਈ, ਇਸ ਸੰਸਾਰ ਦੇ ਵਿੱਚ, ਇਸ ਜਗ ਦੇ ਵਿੱਚ ਉਹੀ ਕੁਝ ਬੀਤਦਾ ਹੈ, ਉਹੀ ਕੁਝ ਹੋ ਰਿਹਾ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਸੰਦ ਆਉਂਦਾ ਹੈ, ਚੰਗਾ ਲੱਗਦਾ ਜੋ ਪਰਮੇਸ਼ਰ ਨੂੰ। ਤੇ ਕੋਈ ਵੀ ਜੀਵ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਉਲਟ ਜਾ ਕੇ ਕੋਈ ਕਾਰਜ ਨਹੀਂ ਕਰ ਸਕਦਾ। ਜੋ ਕਾਰਜ ਹੋ ਰਹੇ ਨੇ, ਜੋ ਮਨੁੱਖ ਕੰਮ ਕਰ ਰਿਹਾ ਹੈ, ਉਹ ਪਰਮਾਤਮਾ ਪਰਮੇਸ਼ਰ ਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਵਿੱਚ ਹੋ ਰਿਹਾ ਹੈ ਕਿ ਉਹਦੀ ਰਜ਼ਾ ਤੋਂ ਕੋਈ ਵਾਰ ਨਹੀਂ ਜਾ ਸਕਦਾ। ਪਾਤਸ਼ਾਹ ਕਹਿੰਦੇ ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ, ਕਿਰਪਾ ਨਿਧ ਦਇਆਲਾ, ਰਾਖ ਲਿਹੋ ਪਿਤਾ ਪ੍ਰਭ ਮੇਰੇ, ਅਨਾਥਾ ਕਰ ਪ੍ਰਤਪਾਲਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਮੇਰੀ ਜਿੰਦ ਦੇ ਮਾਲਕ, ਹੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹੇ ਕਿਰਪਾ ਦੇ ਖਜ਼ਾਨੇ ਪਰਮੇਸ਼ਰ, ਤੂੰ ਮੇਰੀ ਬੇਨਤੀ ਨੂੰ ਸੁਣਾ, ਮੇਰੀ ਬੇਨਤੀ ਸੁਣਾ। ਹੇ ਮੇਰੇ ਪਿਤਾ ਪਰਮੇਸ਼ਰ, ਅਨਾਥ ਜੀਵਾਂ ਦੀ ਪਾਲਣਾ ਕਰਨ ਤੇ ਇਹਨਾਂ ਨੂੰ ਬੇਕਾਰਾਂ ਦੇ ਹੱਲਿਆਂ ਤੋਂ ਬਚਾ ਲੈ। ਬਸ ਜਿਹੜੇ ਅਨਾਥ ਨੇ, ਇਹਨਾਂ ਦੀ ਪਾਲਣਾ ਕਰ, ਆਪਣੀ ਰਜ਼ਾ ਦੇ ਵਿੱਚ ਇਹਨਾਂ ਨੂੰ ਤੋਰਨਾ ਕਰ ਤੇ ਇਹਨਾਂ ਸਾਰਿਆਂ ਨੂੰ ਬੇਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਰੱਖ। ਅੱਗੇ ਗੁਰੂ ਪਾਤਸ਼ਾਹ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਸਨੂੰ ਤੁਮੇ ਦਿਖਾਇਓ ਦਰਸ਼ਨ, ਸਾਧ ਸੰਗਤ ਕਾ ਪਾਤਸ਼ਾਹ, ਕਰ ਕਿਰਪਾ ਧੂਰ ਦਿਓ ਸੰਤਨ ਕੀ, ਸੁਖ ਨਾਨਕ ਇਹੋ ਮੰਗੈ।
ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਜਿਸ ਵੀ ਮਨੁੱਖ ਨੂੰ ਤੂੰ ਆਪਣਾ ਦਰਸ਼ਨ ਦਿੱਤਾ ਹੈ, ਸਾਧ ਸੰਗ ਦੇ ਆਸਰੇ ਰੱਖ ਕੇ ਦਿੱਤਾ ਹੈ। ਹੇ ਪਰਮੇਸ਼ਰ, ਜਿਸ ਵੀ ਮਨੁੱਖ ਨੂੰ ਤੂੰ ਆਪਣਾ ਦਰਸ਼ਨ ਦਿੱਤਾ ਹੈ ਨਾ, ਤੇ ਸਾਧ ਸੰਗ ਦੇ ਆਸਰੇ ਰੱਖ ਕੇ ਦਿੱਤਾ ਹੈ। ਹੇ ਪਰਮੇਸ਼ਰ, ਤੇਰਾ ਦਾਸ ਨਾਨਕ ਤੇਰੇ ਦਰ ਤੋਂ, ਤੇਰੇ ਘਰ ਤੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖਸ਼, ਉਹਨਾਂ ਗੁਰਮੁਖਾਂ ਦੀ ਧੂੜ ਬਖਸ਼ ਜਿਹੜੇ ਆਪ ਨਾਮ ਜਪਦੇ ਹੈ ਤੇ ਹੋਰਾਂ ਨੂੰ ਜਪਣ ਦਾ ਉਪਦੇਸ਼ ਦੇ ਰਹੇ ਨੇ। ਉਹਨਾਂ ਦੀ ਚਰਨ ਧੂੜੀ ਤੇਰੇ ਦਾਸ ਨਾਨਕ ਨੂੰ ਬਖਸ਼। ਗੌੜੀ ਮਹਲਾ ਪੰਜਵਾ। ਹਉ ਤਾਂਕੈ ਬਲਿਹਾਰੀ, ਜਾ ਕੈ ਕੇਵਲ ਨਾਮ ਆਧਾਰੀ ਰਹਾਉ। ਹਉ ਦਾ ਭਾਵ ਹੁੰਦਾ ਹੈ ਮੈਂ, ਤਾਂਕੈ ਦਾ ਭਾਵ ਹੁੰਦਾ ਹੈ ਉਸ ਤੋਂ, ਜਾਕੋ ਦਾ ਭਾਵ ਹੁੰਦਾ ਜਿਸ ਦੇ ਹਿਰਦੇ ਵਿੱਚ, ਆਧਾਰੀ ਦਾ ਭਾਵ ਹੁੰਦਾ ਹੈ ਆਸਰਾ। ਪਾਤਸ਼ਾਹ ਕਹਿੰਦੇ, ਹਉ ਤਾਂਕੈ ਬਲਿਹਾਰੀ, ਜਾ ਕੈ ਕੇਵਲ ਨਾਮ ਆਧਾਰੀ। ਸਤਿਗੁਰੂ ਕਹਿੰਦੇ, ਹੇ ਭਾਈ, ਮੈਂ ਉਹਨਾਂ ਸੰਤ ਜਨਾਂ ਤੋਂ, ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੀ ਬੰਦਗੀ ਨੂੰ ਸਮਰਪਿਤ ਕਰ ਦਿੱਤਾ। ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਹੈ। ਮਹਿਮਾ ਤਾਂ ਕੀ ਕੇਤਕ ਗਣੀ ਹੈ, ਜਨ ਪਾਰ ਬ੍ਰਹਮ ਰੰਗ ਰਾਤੇ, ਸੁਖ ਸਹਿਜ ਆਨੰਦ ਤਿਨਾ ਸੰਗਾ, ਉਨ ਸੰਸਰ ਅਵਰ ਨਾ ਦਾਤੇ। ਮਹਿਮਾ ਤਾਂ ਕੀ ਕੇਤਕ ਗਣੀ ਹੈ। ਮਹਿਮਾ ਦਾ ਭਾਵ ਹੁੰਦਾ ਸਤ ਸੰਗੀ, ਆਤਮਿਕ ਵਡੱਪਣ। ਤਾਂਕੀ ਦਾ ਭਾਵ ਹੁੰਦਾ ਹੈ ਉਹਨਾਂ ਦੀ। ਰੰਗ ਦਾ ਭਾਵ ਹੁੰਦਾ ਹੈ ਪ੍ਰੇਮ ਰੰਗ। ਸਹਿਜ ਦਾ ਭਾਵ ਹੁੰਦਾ ਹੈ ਆਤਮਿਕ ਅਡੋਲਤਾ। ਉਹਨੂੰ ਸੰਸਰ ਦਾ ਭਾਵ ਹੁੰਦਾ ਹੈ ਉਹਨਾਂ ਦੇ ਬਰਾਬਰ। ਪਾਤਸ਼ਾਹ ਕਹਿੰਦੇ, ਮਹਿਮਾ ਕੇ ਤਾਂ ਕੀ ਕੇਤਕ ਗਣੀ ਹੈ, ਜਨ ਪਾਰ ਬ੍ਰਹਮ ਰੰਗ ਰਾਤੇ, ਸੁਖ ਸਹਿਜ ਆਨੰਦ ਤਿਨਾ ਸੰਗਾ, ਉਨ ਸੰਸਰ ਅਵਰ ਨਾ ਦਾਤੇ। ਪਾਤਸ਼ਾਹ ਕਹਿੰਦੇ, ਹੇ ਭਾਈ, ਸੰਤ ਜਨ ਪਰਮਾਤਮਾ ਦੇ ਪਿਆਰ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਗੁਰਮੁਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ, ਪਿਆਰ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ, ਤੇ ਉਹਨਾਂ ਦੀ ਆਤਮਿਕ ਵੱਡਾਪਣ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹਨਾਂ ਦੀ ਸੰਗਤ ਵਿੱਚ ਰਹਿਆ ਆਤਮਿਕ ਅਡੋਲਤਾ ਦੇ ਸੁੱਖ ਆਨੰਦ ਪ੍ਰਾਪਤ ਹੁੰਦੇ ਨੇ। ਜਿਹੜੇ ਆਪ ਪਰਮਾਤਮਾ ਦੀ ਬੰਦਗੀ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਜੇ ਐਸੇ ਗੁਰਮੁਖਾਂ ਦੀ ਸੰਗਤ ਕੀਤੀ ਜਾਵੇ, ਉਹਨਾਂ ਦੇ ਨਾਲ ਰਿਹਾ ਜਾਵੇ, ਤਾਂ ਸਤਿਗੁਰੂ ਕਹਿੰਦੇ ਆਤਮਿਕ ਅਡੋਲਤਾ ਦੇ ਸੁੱਖ ਆਨੰਦ ਪ੍ਰਾਪਤ ਹੁੰਦੇ ਨੇ। ਤੇ ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ। ਐਡੇ ਵੱਡੇ ਦਾਨੀ ਨੇ ਜਿਹੜੇ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜੇ ਹੋਏ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ,
जगत उदाहरण से आए, जो जन दर्श प्यासा, उनकी शरण पर सो तरया, संत संग पूर्ण आसा। सही दा भाव हुंदा ओही बंदे, जगत उदाहरण से ही आए। सही दा भाव हुंदा ओही बंदे, जगत उदाहरण दा भाव हुंदा जगत नूं विकारां तों बचाउण वास्ते। संग दा भाव हुंदा संगत दे विच। पातशाह कहंदे जगत उदाहरण से ही आए। सतगुरु अर्जन देव महाराज कहंदे भाई जिन्हां संत जनां नूं आप परमात्मा दी तांग लगी रहे, जिन्हां संत जनां नूं आप परमात्मा दी तांग लगी रहे, ओही जागते जीवां नूं विकारां तों बचाउण आए समझ लो। जां इदां कह लो भी जिहड़े परमात्मा दी बंदगी करदे ने उन्हां दा आउणा संसार ते सफल है। वो आप तां नाम जपदे ने, आप तां वो तरदे ने, उन्हां दे संग रहण वाले भी संसार समुंदर तो तर जांदे ने। उन्हां दी सरन जिहड़ा भी मनुख आ पैंदा है वो संसार समुंदर तो पार लंघ जांदा है। गुरु पातशाह कहंदे हे भाई संत जनां दी संगत विच रहिया सब आसां पूरीआं हो जांदियां ने। जे परमात्मा दी बंदगी करन वालियां दा संग करिए ना ते उन्हां दा संग कीतिआं उस मनुख दीआं सारियां ही आसां पूरीआं हो जांदियां ने। अगे सतगुरु अर्जन देव महाराज फिर बख्शे करदे ने, तां कै चरण परो तां जीवा, जन कै संग निहाला, भगतन की रेन होए मन मेरा, हो प्रभु कृपाला। तां कै चरण का भाव हुंदा उन्हां दी पैरी, परो दा भाव हुंदा मैं पावां, जीवां दा भाव हुंदा मैं जिउंदा पैंदा हां, आत्मक जीवन विच मिल जांदा है। निहाल दा भाव हुंदा प्रसन्न चित्त। सतगुरु अर्जन देव महाराज इन्हां वचनां दे नाल बख्श करदे ने। पातशाह कहंदे हे भाई गुरमुखां दी संगत विच रहिया, संत जनां दी संगत विच रहिया मन खड़ाऊ दे विच आ जांदा है, मन खुश हो जांदा है। मैं तां जदों संत जनां दी चरनी आ डिगदा हां मैनूं आत्मक जीवन मिल जांदा है। सतगुरु अर्जन देव महाराज कहंदे। ते अगे सतगुरु अर्जन देव महाराज फिर बख्शे करदे ने। पातशाह कहंदे राज जोबन अवध जो दीसै, सब किस जुग में घाटिया, नाम निधान सदन वतन निर्मल, इहो नानक हर तन खाटिया। सतगुरु अर्जन देव महाराज इन्हां वचनां दे नाल बख्शे करदे ने। पातशाह कहंदे हे नानक आख हे भाई हकूमत जुबानी उमरा, जो कुछ भी जगत विच सामण जोगा दिसदा है ये घटदा ही जांदा है। बचन रिपीट कर दिए। पातशाह कहंदे हे भाई हकूमत जुबानी उमरा, जो कुछ भी जगत विच सामण जोग दिसदा है ये घटदा ही जांदा है। परमात्मा दा नाम ही एक ऐसा खजाना है जो सदा नवां नरोआ रहिंदा है। हुण साडे ते जवानी पैरा समा भी आया, वो चलिया गया।
सानू शरीर मिले, ये शरीर भी समय समय के हिसाब के नाल कमज़ोर होंदा जाता है, इक्को जिहा नहीं रहिंदा। हकूमतां ने मनुख ते आउंदियां जांदियां रहिंदियां ने, पर जिहड़ा परमात्मा दा नाम दा खजाना है ना, ये सदा ही नवां नरोआ रहिंदा है ते है भी पवित्र। भाव इस खजाने दे नाल मन बिगड़न की थां ते पवित्र हो जाता है। हकूमतां दे नाल जवानी पहरे मनुख का मन विकारां दे नाल गंदा हो जाता है, ते जदों मनुख परमात्मा की बंदगी दे नाल जुड़दा है, ये बंदगी दे नाल मनुख का शरीर, मनुख का मन बिगड़न दे थां ते पवित्र हो जाता है। संत जन ये नाम धनी सदा खटदे रहिंदे ने ते कमाउंदे रहिंदे ने। पातशाह कहंदी गौड़ी महला पंजवा, जोग जुगत सुन आयो गुर ते, मोको सतगुर शब्द बुझायो रहाओ। पातशाह कहंदे हे भाई, मैनू सतगुरु दे शब्द ने परमात्मा दी मिलाप दी जांच समझा दिती है, अकल दे दिती। मैं गुरु दे पासों असल योग दा तरीका सुन के आया, गुरु ने मैनू असल तरीका दस्सिया। पातशाह कहंदे नौ खंड प्रथमी इस तन में रबिया, निमख निमख नमस्कारा, दीख्या गुर की मुंदरा कानी, दृढ़ो एक निरंकारा। हे भाई, मैं पल पल उस अकाल पुरख वाहिगुरु परमेश्वर नूं नमस्कार करदा रहिंदा। मैं हर समय परमात्मा नूं नमस्कार करदा रहना। जिहड़ा इस मनुखा शरीर दे विच मौजूद है, यही मेरे वास्ते जोगियां वाला सारी धरती दा रटन मैं अपने गुरु दे उपदेश अपने हिरदे विच दृढ़ कर लिया। यही मेरे वास्ते कन्नां दे विच मुंदरा ने जो जोगी लोग पाउंदे ने। मैं एक निरंकार नूं अपने हिरदे दे विच सतगुरु अर्जन देव महाराज कहंदे वसाउंदा हां। अगे सतगुरु अर्जन देव महाराज फिर बख्शे करते ने, पांच चेले मिल भाई एकत्रता, एक सकै बस किए, 10 बैरागन आज्ञाकारी, तब निर्मल जोगी थिए। सतगुरु कहंदे हे भाई, गुरु दे उपदेश दी बरकत दे नाल मेरे पंजे ज्ञान इंद्रे दुनिया दे पदार्थां वाल भटकन दी थां ते मिल के इकट्ठे हो गए ने। दुनिया दे पदार्थां दे पिछे नहीं भजदे, पंजे ज्ञान इंद्रे ये मिल के इकट्ठे हो गए ने, भाव भटकनों हट गए ने। ये सारे एक उच्ची सुरत के अधीन हो गए ने ते गुरु दे उपदेश दे राही ही जदों तो विकारां वालों उपराम हो के मेरियां 10 इंद्रियां उच्ची मत की आग्या दे विच तुरन लग पईयां ने, तदों तो मैं पवित्र जीवन वाला जोगी बन गया, सोहने जीवन वाला जोगी बन गया जदों मेरे ज्ञान इंद्रे अपने कंट्रोल दे विच आ गए। पातशाह कहंदे भरम जराए चराई विभूता, पंथ एक कर पेखिया, सहज सुख जो कीनी भुगता, जो ठाकर मस्तक लिखिया। सतगुरु अर्जन देव महाराज इन्हां वचनां दी नाल बख्शे करदे ने। पातशाह कहंदे हे भाई, मन दी भटकना नूं साड़ के
ਇਹ ਸੁਭਾਅ ਮੈਂ ਆਪਣੇ ਪਿੰਡੇ ਤੇ ਮਲ ਲਈ। ਜਿਹੜੇ ਜੋਗੀ ਮਲਦੇ ਨੇ, ਆਪਣੇ ਪਿੰਡ ਦੇ ਸੁਭਾਅ ਮਲਦੇ ਨੇ ਨਾ ਉਹ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਮਨ ਦੀ ਭਟਕਣਾ ਨੂੰ ਸਾੜ ਕੇ, ਜਿਹੜਾ ਮੇਰਾ ਮਨ ਭਟਕਣਾ ਦੇ ਵਿੱਚ ਪਿਆ ਹੋਇਆ ਸੀ, ਇਹਨੂੰ ਸਾੜ ਕੇ ਇਹ ਸੁਭਾਅ ਮੈਂ ਆਪਣੇ ਪਿੰਡੇ ਉੱਤੇ ਮਲ ਲਈ। ਮੈਂ ਇੱਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਦੇ ਵਿੱਚ ਵਿਆਪਕ ਵੇਖਦਾ। ਇਹ ਮੇਰਾ ਯੋਗ ਪੰਥ ਹੈ। ਮੇਰਾ ਸਾਰੇ ਸੰਸਾਰ ਦੇ ਵਿੱਚ ਉਸ ਪਰਮਾਤਮਾ ਨੂੰ ਵਿਆਪਕ ਵੇਖਣਾ। ਗੁਰੂ ਪਾਤਸ਼ਾਹ ਕਹਿੰਦੇ ਹੇ ਭਾਈ, ਮੈਂ ਉਸ ਆਤਮਿਕ ਡੋਲਤਾਂ ਦੇ ਆਨੰਦ ਨੂੰ ਆਪਣੀ ਆਤਮਿਕ ਖੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ ਚੂਰਮਾ ਬਣਾਇਆ ਹੋਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ ਪਰਮੇਸ਼ਰ ਨੇ ਮੇਰੇ ਮੱਥੇ ਦੇ ਉੱਤੇ ਲਿਖ ਦਿੱਤੀ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਜਹ ਪਾਉ ਨਾਹੀ ਤਾਹਾਂ ਆਸਨ ਬਾਧਿਓ, ਸਿੰਘੀ ਅਨਹਦ ਬਾਣੀ ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਨੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੀ ਹੇ ਭਾਈ, ਮੈਂ ਪਰਮਾਤਮਾ ਦੀ ਸਿਫਤ ਸਲਾਹ ਦੀ ਇੱਕ ਰਸ ਸਿੰਘੀ ਬੁਝਾ ਰਿਹਾ, ਤੇ ਇਸ ਦੀ ਵਰਖਤ ਦੇ ਨਾਲ ਮੈਂ ਉਸ ਆਤਮਿਕ ਅਵਸਥਾ ਦੇ ਵਿੱਚ ਆਪਣਾ ਆਸਣ ਜਮਾਇਆ ਹੋਇਆ, ਜਿੱਥੇ ਦੁਨੀਆ ਵਾਲਾ ਕੋਈ ਡਰ ਮੈਨੂੰ ਪੋ ਨਹੀਂ ਸਕਦਾ। ਹੇ ਭਾਈ, ਜਗ ਦੇ ਮੂਲ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਦੇ ਰਹਿਣਾ ਚਾਹੀਦਾ ਹੈ। ਇਸ ਨੂੰ ਜੋਗੀਆਂ ਵਾਲਾ ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ, ਤੇ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਰਹਿਣਾ। ਬਸ ਇਹੀ ਜੋਗੀ ਦੀ ਜੁਗਤ ਮੇਰੇ ਮਨ ਦੇ ਵਿੱਚ ਚੰਗੀ ਲੱਗ ਰਹੀ ਹੈ। ਪਾਤਸ਼ਾਹ ਜੀ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਐਸਾ ਜੋਗੀ ਬੜਭਾਗੀ ਭੇਟਾ, ਮਾਇਆ ਕੇ ਬੰਧਨ ਕਾਟੈ, ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਇਸ ਪੱਗ ਚਾਟੈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਇਹੋ ਜਿਹੀ ਜੁਗਤ ਨਿਭਾਉਣ ਵਾਲਾ ਜੋਗੀ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਮੈਂ ਵੀ ਪਰਮਾਤਮਾ ਦੇ ਰੂਪ ਅਜਿਹੇ ਜੋਗੀ ਦੀ ਸੇਵਾ ਕਰਦਾ ਤੇ ਪੂਜਾ ਕਰਦਾ ਹਾਂ। ਨਾਨਕ ਅਜਿਹੇ ਜੋਗੀ ਦੇ ਪੈਰ ਪਸਰਦਾ, ਪੈਰ ਫੜਦਾ, ਜਿਹੜਾ ਪਰਮਾਤਮਾ ਦੀ ਬੰਦਗੀ ਦੇ ਨਾਲ ਜਿਹੜਾ ਮਨੁੱਖ ਜੁੜਿਆ ਹੋਇਆ ਹੈ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ, ਨਾਮ ਦੀ ਕਮਾਈ ਕਰਦਾ, ਜਿਹਦੇ ਵਿੱਚ ਆ ਸਾਰੇ ਗੁਣ ਨੇ ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸੇ ਨੇ। ਤੇ ਐਸੇ ਗੁਰਮੁਖਾਂ ਦੀ ਸੰਗਤ ਕਰਦੇ ਰਹਿਣਾ ਚਾਹੀਦਾ ਹੈ। ਸਾਧ ਸੰਗਤ ਜੀ, ਇਹ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ। ਤੇ ਅੱਜ ਆਪਾਂ ਇੱਥੇ ਸਮਾਪਤੀ ਕਰ ਦਾਂਗੇ। ਕੱਲ ਤੋਂ ਫੇਰ ਅਗਲੇ ਬਚਨਾਂ ਦੇ ਨਾਲ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।